ठीक है। मैं ज्यादा बेहतर ना यही समझना, गल्लां सुननियां बेहतर समझना, करनियां घट समझना। ते अच्छा, आप जनाब अहमदी हो? नहीं जी नहीं, मैं अच्छा, अहमदी नहीं है। नहीं नहीं नहीं, ਜਾਣਦੇ ਹੋ ਅਹਿਮਦੀ ਕੌਣ ਹੁੰਦੇ ਨੇ? मैं सब बहुत अच्छी तरह जानना। मैं इन्हां दे मैं ਤੁਹਾਨੂੰ ਦੱਸਣਾ ਇੱਕ ਦੋ ਸਵਾਲ ਵੀ ਤੁਹਾਡੇ ਨਾਲ ਕਰਨਾ ਵਾ। ਹਾਂ, ਮੈਂ ਅਕਸਰ ਬੈਠਾ ਰਹਿਣਾ ਇਹਨਾਂ ਕੋਲ ਜਾ ਕੇ ਨਾ ਤੇ ਸੁਣਦਾ ਰਹਿਣਾ ਇਹਨਾਂ ਦੀਆਂ ਗੱਲਾਂ। ਅੱਛਾ, ਕੋਈ ਨਾ ਕੋਈ ਸਾਡਾ ਕੋਈ ਮੁਸਲਮਾਨ ਭਾਈ ਜਿਹੜਾ ਇਹਨਾਂ ਇਲਮ ਨਹੀਂ ਜਾਣਦਾ, ਉਹ ਵਿਚਾਰੇ ਨੂੰ ਘੇਰੇ। ਇੱਕ ਪਿਛਲੇ ਹਫਤੇ ਨਾ ਇੱਕ ਬੰਦੇ ਨੇ ਇਹਨਾਂ ਨੇ ਘੇਰਿਆ ਤੇ ਉਹ ਨਾ ਅੱਛਾ ਕੁਛ ਇਤਨੇ ਮੈਨੂੰ ਗੁੱਸਾ ਵੀ ਆਇਆ। ਮੈਂ ਕਿਹਾ ਯਾਰ ਸਾਡੇ ਬੰਦਿਆਂ ਦਾ ਵੀ ਕਸੂਰ ਹੈ ਕਿ ਤੁਹਾਡੇ ਕੋਲ ਇਲਮ ਨਹੀਂ ਹੈ ਤੇ ਤੁਸੀਂ ਉਹ ਤੋਬਾ ਨੌਜ਼ ਬਿਲਾ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਇਤਨੀ ਬੇਹੁਰਮਤੀ ਕਰਦੇ ਜਾ ਰਹੇ ਨੇ ਔਰ ਉਹ ਉਹਨਾਂ ਦੀ ਗੱਲਾਂ ਸੁਣਦਾ ਜਾ ਰਿਹਾ ਹੈ। ਤੇ ਮੈਂ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਉੱਪਰ ਆਉਣ ਦੀ ਤੇ ਮੈਨੂੰ ਉਹਨਾਂ ਨਹੀਂ ਆਉਣ ਦਿੱਤਾ ਨਾ। ਅੱਛਾ। ਤੇ ਸਾਡੇ ਬੰਦਿਆਂ ਨੂੰ ਵੀ ਚਾਹੀਦਾ ਕਿ ਜਿੰਨੀ ਦੇਰ ਤੱਕ ਤੁਹਾਡੇ ਕੋਲ ਪੂਰਾ ਇਲਮ ਨਾ ਹੋਵੇ ਤੇ ਬਹਿਸ ਮਤ ਕਰੋ, ਉਹ ਤੋਂ ਨਿਕਲ ਆਓ। ਨਹੀਂ, ਉਹ ਬਸ ਇਲਮ ਹੀ ਕੋਈ ਨਹੀਂ ਹੈ, ਕਾਦੀਆਨੀਅਤ ਦੇ ਬਾਰੇ ਪਤਾ ਹੀ ਕੋਈ ਨਹੀਂ। ਔਰ ਅਗਲੀ ਗੱਲ ਇਹ ਵੇ ਕਿ ਜਿਨ੍ਹਾਂ ਨੂੰ ਸ਼ੌਕ ਹੈ ਨਾ ਕਾਦੀਆਨੀਅਤ ਦਾ ਰੱਦ ਕਰਨ ਦਾ, ਜਾਂ ਮਤਲਬ ਕਾਦੀਆਨੀਆਂ ਨਾਲ ਗੁਫ਼ਤਗੂ ਕਰਨ ਦਾ ਬੜਾ ਸ਼ੌਕ ਹੁੰਦਾ ਹੈ। ਇਹ ਵੀ ਇੱਕ ਸ਼ੌਕ ਹੈ, ਚਸਕਾ ਹੈ। ਤੇ ਉਹਨਾਂ ਕੋਲ ਵੀ ਕੋਈ ਨਹੀਂ ਇਲਮ। ਉਹਨਾਂ ਨੂੰ ਸਿਰਫ ਇੰਨਾ ਵੇ ਕਿ ਅਸੀਂ ਇਹਨਾਂ ਗੁਫ਼ਤਗੂ ਕਰੀਏ ਬਸ। ਸਹੀ ਬਾਤ। ਇਲਮ ਕੋਈ ਨਹੀਂ ਹੁੰਦਾ। ਤੇ ਇਹ ਅਸਲ ਦੇ ਇੱਕ ਪੂਰੀ ਫੀਲਡ ਹੈ। ਇਹਦੇ ਵਾਸਤੇ ਮਾਹਰ ਹੋਣਾ ਚਾਹੀਦਾ ਹੈ ਬੰਦਾ। ਉਹਨੂੰ ਸਾਰੀਆਂ ਕਾਦੀਆਨੀ ਕਰਤੂਤਾਂ ਦਾ ਪਤਾ ਹੋਣਾ ਚਾਹੀਦਾ ਹੈ ਔਰ ਪਤਾ ਹੋਣਾ ਚਾਹੀਦਾ ਹੈ ਕਿ ਕਾਦੀਆਨੀ ਕਿਹੜੀ ਨੁੱਕਰ 'ਚੋਂ ਆਏਗਾ ਤੇ ਉਹਦਾ ਜਵਾਬ ਫਿਰ ਕੀ ਹੈ। ਇਹਨਾਂ ਦੇ ਸਾਰੇ ਦਾਓ ਪੇਚ ਦਾ ਪਤਾ ਹੋਣਾ ਚਾਹੀਦਾ ਹੈ। ਜਿੰਨਾ ਤੱਕ ਸਾਰੇ ਦਾਓ ਪੇਚ ਦਾ ਇਲਮ ਨਹੀਂ ਹੋਏਗਾ ਉਹ ਬੰਦਾ ਗੱਲ ਨਹੀਂ ਕਰ ਸਕੇਗਾ, ਮੁਸ਼ਕਿਲ ਹੋ ਜਾਏਗਾ। ਮੈਂ ਵੀ ਇਹ ਚੀਜ਼ ਦਾ ਤੁਸੀਂ ਜੋ ਗੱਲ ਕੀਤੀ ਨਾ ਬਿਲਕੁਲ ਸਹੀ ਕੀਤੀ। ਮੈਂ ਇਸੇ ਬੁਨਿਆਦ ਬਣਾ ਕੇ ਨਾ ਇਸ ਚੀਜ਼ ਨੂੰ ਮੈਂ ਅਕਸਰ ਨਾ ਬੈਠਾ ਰਹਿਣਾ, ਆਪਣੇ ਬੰਦਿਆਂ 'ਚ ਬੈਠਾ ਰਹਿਣਾ, ਸੁਣਦਾ ਰਹਿਣਾ ਵਾ, ਉਹਨਾਂ ਦੀ ਵੀ ਸੁਣਦਾ ਰਹਿਣਾ। ਇਲਮ 'ਚ ਤਾਂ ਕਿ ਇਜ਼ਾਫਾ ਹੋਏ। ਕਦੀ ਮੈਂ ਫਿਰ ਜਦੋਂ ਬੰਦਾ ਸਮਝ ਲੈਂਦਾ ਨਾ ਕਿ ਭਾਈ ਹੁਣ ਮੈਂ ਗੱਲ ਕਰ ਸਕਣਾ ਵਾ, ਫਿਰ ਬੰਦਾ ਉੱਪਰ ਆਉਂਦਾ ਇਹਨਾਂ ਨਾਲ। ਕੁਛ ਚੀਜ਼ਾਂ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਕਰਦੇ ਨੇ। ਪਿਛਲੇ ਦਿਨਾਂ ਦੇ ਵਿੱਚ ਨਾ ਇਹਨਾਂ ਨੇ ਨਾ ਇੱਕ ਬੰਦੇ ਨੂੰ ਇਸ ਤਰ੍ਹਾਂ ਹੀ ਸਾਡੇ ਮੁਸਲਮਾਨ ਭਾਈ ਨੂੰ ਘੇਰਿਆ ਹੋਇਆ, ਕਹਿੰਦਾ ਜੀ ਬਰੇਲਵੀਆਂ ਦੇ ਖਿਲਾਫ ਗੱਲ ਲੱਗਾ ਹੋਇਆ ਕਿ ਪਹਿਲਾਂ ਤਾਂ ਬਰੇਲਵੀਆਂ ਦੇ ਖਿਲਾਫ ਨਾਲ ਲੱਗਾ ਰਿਹਾ। ਬਾਅਦ 'ਚ ਕਹਿੰਦਾ ਦੇਖੋ ਤੁਹਾਡੇ ਤਾਹਰੁਲ ਕਾਦਰੀ ਨੇ ਜਿਹੜਾ ਨਾ ਇੱਕ ਪਸ਼ੀਨ ਗੋਈ ਕੀਤੀ ਸੀ 14ਵੀਂ ਸਦੀ 'ਚ ਆਏਗਾ ਤੇ ਉਹ ਸਾਡਾ ਮਿਰਜ਼ਾ ਆ ਗਿਆ। ਫਿਰ ਡਾਕਟਰ ਇਸਰਾਰ ਅਹਿਮਦ ਨੇ ਕੀਤੀ ਸੀ। ਮੈਂ ਬੜੀ ਕੋਸ਼ਿਸ਼ ਕੀਤੀ ਮੈਨੂੰ ਉੱਪਰ ਲਿਆਉਣ ਦੇ। ਮੈਂ ਇਹਨੂੰ ਇਹ ਕਹਿਣਾ ਸੀ ਤੁਸੀਂ ਤਾਹਰੁਲ ਕਾਦਰੀ ਦੀ ਇਹ ਗੱਲ ਤੇ ਤੁਸੀਂ ਨੋਟ ਕਰ ਲਈਏ ਤੇ ਉਹ ਨੋਟ ਨਹੀਂ ਕਰਦੇ ਜਿਹਦੇ 'ਚ ਉਹਨੇ ਲਾਹਨਤਾਂ ਭੇਜੀਆਂ ਨੇ ਮਿਰਜ਼ੇ ਤੇ ਬਸ ਉਹ ਨਾ ਇਹਨੂੰ ਕਹਿੰਦੇ ਜੇ ਗਿਰਤੇ ਕੋ ਡੂਬਤੇ ਕੋ ਤਿੰਕੇ ਕਾ ਸਹਾਰਾ। ਹਾਂਜੀ, ਉਹ ਬਸ ਕਾਦੀਆਨੀਆਂ ਨੇ ਆਪਣੇ ਆਪ ਨੂੰ ਕਿਸੇ ਤਰੀਕੇ ਬਚਾਉਣ ਵਾਸਤੇ ਨਾ ਉਹ ਮੌਲਵੀਆਂ ਦੀ ਤਜ਼ਲੀਲ ਕਰਨਗੇ। ਬਸ ਐਵੇਂ ਜ਼ਈਫ ਤੇ ਮੌਜ਼ੂ ਕਿਸਮ ਦੀਆਂ ਰਵਾਇਤਾਂ ਬਿਆਨ ਕਰਕੇ। ਔਰ ਬਿਲ ਫਰਦ ਚਲੋ ਇਹ ਰਵਾਇਤ ਵੇ ਜਿਹੜੀ ਕਿ ਬਈ ਮੌਲਵੀ ਬਦਤਰੀਨ ਮਖਲੂਕ ਹੋਣਗੇ ਤੇ ਆਸਮਾਨ ਦੇ ਥੱਲੇ ਕਾਦੀਆਨੀ ਬੜਾ ਪੇਸ਼ ਕਰਦੇ। ਬਿਲ ਫਰਦ ਮੰਨ ਲੈਣੇ ਸਹੀ ਹੈ, ਸੱਚੀ ਹੈ। ਤੇ ਕਿਆ ਮਿਰਜ਼ਾ ਕਾਦੀਆਨੀ ਮੌਲਵੀ ਨਹੀਂ ਸੀ? ਕਿਆ ਮੌਲਵੀ ਹਕੀਮ ਨੂਰੁद्दीन ਮੌਲਵੀ ਨਹੀਂ ਸੀ? ਕਿਆ ਮੌਲਵੀ ਬਸ਼ੀਰੁद्दीन महमूद ਮੌਲਵੀ ਨਹੀਂ ਸੀ? ਕਿਆ ਮੌਲਵੀ ਮਿਰਜ਼ਾ ਤਾਹਿਰ ਨਾਸਰ ਮੌਲਵੀ ਮਿਰਜ਼ਾ ਮਸਰੂਰ ਇਹ ਮੌਲਵੀ ਨਹੀਂ? ਇਹਨਾਂ ਨੂੰ ਮੌਲਵੀ ਨਹੀਂ ਮੰਨਦੇ? ਇਹ ਵੀ ਇੱਕ ਸਵਾਲ ਹੈ। ਤੇ ਜੇ ਅਗਰ ਉਹ ਸਹੀ ਹੈ, ਰਵਾਇਤ ਬਿਲਕੁਲ ਠੀਕ ਹੈ, ਤੇ ਇਹਦੇ ਤੋਂ ਤੇ ਮੁਰਾਦ ਇਹ ਵਾਲੇ ਮੌਲਵੀ ਨੇ, ਇਹ ਜਿਨ੍ਹਾਂ ਦੀ ਇਹ ਤਸਵੀਰ ਲੱਗੀ ਹੈ ਸਾਰੇ ਮੌਲਵੀ, ਇਹ ਮੌਲਵੀ ਮੁਰਾਦ ਨੇ। ਇਹ ਵੇ ਆਸਮਾਨ ਦੇ ਥੱਲੇ ਬਦਤਰੀਨ ਮਖਲੂਕ। ਇਹ ਜ਼ਮਾਨ ਸਾਹਿਬ ਤਸ਼ਰੀਫ ਲੈ ਆਏ ਨੇ ਜੀ। ਜ਼ਮਾਨ ਸਾਹਿਬ, अस्सलाम वालेकुम वरहमतुल्लाहि वबरकातुहू। मुफ्ती साहब क्या हाल है? जी वालेकुम सलाम जनाब, वो थोड़ी बात सुन रहे हैं, अच्छी लगी तो सामी रिक्वेस्ट कर दी थी।
ਕਰੋ ਜੀ ਗੱਲ ਕਰੋ। थोड़ा इलम हासिल कर लीजिए जनाब जी। बिल्कुल ठीक। जारी रखो जनाब, ਅਸੀਂ म्यूट लगा के सुनने हैं, बड़ी अच्छी गुफ्तगू हो रही है। ਕੋਈ ਸਵਾਲ ਕਰੋ। ਕਹਿੰਦੇ ਨੇ ਇਲਮ ਦੀ ਜਿਹੜੀ ਕੁੰਜੀ ਹੈ ਨਾ, ਜਿਹੜੀ ਚਾਬੀ ਹੈ, ਉਹ ਸਵਾਲ ਦੇ ਵਿੱਚ। ਸਵਾਲ ਹੋਏਗਾ ਤੇ ਜਵਾਬ ਮਿਲੇਗਾ ਤੇ ਇਲਮ ਮਿਲੇਗਾ। ਅੱਛਾ ਸੌਰੀ ਸਰ, ਮੈਂ ਇੱਕ ਗੱਲ ਕਰਨਾ ਚਾਹੁੰਦਾ ਵਾਂ ਕਿ ਜੀ ਕਰੋ। ਸਾਨੂੰ ਨਾ ਚਾਹੀਦਾ ਹੈ ਕਿ ਇਹ ਮਿਰਜ਼ੇ ਦੇ ਪੂਰੀ ਜਿਹੜੇ ਨਾ ਸ਼ਜਰਾ, ਕੀ ਉਹਨੂੰ ਕਹਿੰਦੇ ਨੇ, ਸ਼ਜਰਾ ਨਿਕਾਲਣਾ ਚਾਹੀਦਾ ਹੈਗਾ ਕਿ ਇਹਦੀ ਹਿਸਟਰੀ ਕੀ ਹੈ, ਇਹ ਪੈਦਾ ਕਿੱਥੇ ਹੋਇਆ ਹੈ। ਇਹ ਬੜੀ ਸੋਹਣੀ ਸਵਾਲ ਕੀਤਾ ਵੇ ਕਿ ਮਿਰਜ਼ੇ ਕਾਦੀਆਨੀ ਦਾ ਸ਼ਜਰਾ ਤੇ ਹਿਸਟਰੀ ਕਰਨੀ ਚਾਹੀਦੀ ਹੈ। ਵੇਖੋ ਨਾ, ਸਵਾਲ ਕੀਤਾ ਹੈ, ਹੁਣ ਇਹਦਾ ਜਵਾਬ ਮਿਲੇਗਾ। ਤੇ ਚਲੋ ਜੀ, ਇਹਦੇ ਵਾਸਤੇ ਅਸੀਂ ਫਿਰ ਮਿਰਜ਼ੇ ਕਾਦੀਆਨੀ ਦਾ ਸ਼ਜਰਾ ਕੱਢਨੇ ਆ। ਇਹ ਇੱਕ ਕਿਤਾਬ ਹੈ, ਖਿਲਾਫਤ ਅਲਾ ਮਿਨਹਾਜੀ ਨਬੂਆ, ਔਰ ਲਿਖਣ ਵਾਲਾ ਮਿਰਜ਼ੇ ਕਾਦੀਆਨੀ ਦਾ ਬੇਟਾ ਹੈ ਬਸ਼ੀਰੁਦੀਨ ਮਹਮੂਦ, ਜਿਹਨੂੰ ਇਹ ਮੁਸਲੇ ਮਊਦ ਵੀ ਕਹਿੰਦੇ ਨੇ। ਔਰ ਇਹਦੀ ਇਹ ਜਿਲਦ ਨੰਬਰ 2, ਦੂਸਰੀ ਜਿਲਦ ਮੇਰੇ ਸਾਹਮਣੇ ਵੇ ਇਸ ਟਾਈਮ। ਮਿਰਜ਼ੇ ਕਾਦੀਆਨੀ ਦਾ ਸ਼ਜਰਾ, ਇਹ ਕਿੱਥੋਂ ਟੁਰਿਆ, ਕਿੰਜ ਟੁਰਿਆ, ਇਹ ਸਵਾਲ ਕੀਤਾ ਵੇ ਜਨਾਬੇ ਮੁਹਤਰਮ ਅਹਿਮਦ ਭਾਈ ਨੇ। ਇਹਦਾ ਜਵਾਬ ਹੁਣ ਅਸੀਂ ਦੇਣ ਲੱਗੇ ਹਾਂ, ਤੇ ਸਾਰਿਆਂ ਨੇ ਤਵੱਜੋ ਨਾਲ ਸੁਣਨਾ ਹੈ ਤੇ ਇਹ ਹਵਾਲੇ ਨੋਟ ਕਰਨੇ ਨੇ। ਇਹ ਹਵਾਲਾ ਜਿਹੜਾ ਦਿੱਤਾ ਜਾ ਰਿਹਾ, ਇਹਨੂੰ ਨੋਟ ਕਰਨਾ ਹੈ। ਔਰ ਜਦੋਂ ਵੀ ਕਿਸੇ ਕਾਦੀਆਨੀ ਨਾਲ ਗੱਲ ਹੋਵੇ ਤੇ ਇਹ ਹਵਾਲਾ ਲਾਜ਼ਮੀ ਪੇਸ਼ ਕਰਨਾ ਹੈ। ਜ਼ਮਾਨ ਭਾਈ, ਤੁਸੀਂ ਵੀ ਮੌਜੂਦ ਹੋ? ਮਾਈਕ ਓਪਨ करके दसो। जी हजरत, मैं इधर ही हूँ, मैं सुन रहा हूँ सरकार। ए हवाला नोट कर लिया जे, ए किताब का नाम नोट कर ले। जी हजरत, मुझे मालूम है, इस किताब का नाम पहले भी पता है। अच्छा, अहमद भाई ये हवाला नोट कर लिया? जी कर लिया। बिल्कुल। कादियानिया दी वैबसाइट ते तुसां टुर जाना वे ते कादियानिया दी वैबसाइट ते तुहानूं ਇਹ हवाला ਲੱਭ ਜਾਏਗਾ। ਜਿਹੜੇ ਵੀ ਹਵਾਲੇ ਅਸੀਂ ਦਿਆਂਗੇ ਉਹ ਸਾਰੇ ਤੁਹਾਨੂੰ ਕਾਦੀਆਨੀਆਂ ਦੀ ਵੈਬਸਾਈਟ ਤੋਂ ਲੱਭ ਜਾਣਗੇ। ਡਬਲ ਟੈਪ ਕਰੋ ਯਾਰ ਮੁੰਡਿਓ, ਸਾਰੇ ਰਲ ਕੇ। ਬੜੀ ਅਹਿਮ ਗੁਫ਼ਤਗੂ ਹੋਣ ਲੱਗੀ ਹੈ, ਬੜਾ ਅਹਿਮ ਹਵਾਲਾ ਦੇਣ ਲੱਗਾ, ਤੁਹਾਡੇ ਇਲਮ 'ਚ ਇਜ਼ਾਫਾ ਹੋਏਗਾ। ਡਬਲ ਟੈਪ ਕਰੋ ਜ਼ਰਾ ਬਰਾੜ ਨੂੰ। ਤੇ ਕਿਸੇ ਕਾਦੀਆਨੀ ਨੂੰ ਅਗਰ ਕੋਈ ਪੇਟ ਦੇ ਵਿੱਚ ਦਰਦ ਹੋਏ ਤੇ ਉਹ ਲਾਈਵ ਕਾਲ ਕਰੇ। ਟਿਪ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ, ਟਿਪ ਨਹੀਂ ਕਰਨਾ। ਔਰ ਨਦੀਮ ਸਾਹਿਬ ਨੂੰ ਮੈਂ ਗੁਜ਼ਾਰਿਸ਼ ਕਰਾਂਗਾ, ਜਿਹੜਾ ਟਿਪ ਕਰੇ ਉਹਨੂੰ ਮਿਊਟ ਕਰੋ, ਬਲਾਕ ਨਾ ਕਰੋ, ਮਿਊਟ ਕਰ ਦਿਓ, ਤਾਂ ਕਿ ਉਹਨੇ ਜਿਹੜਾ ਬਲਗਮ ਕੱਢਣੀ ਹੈ ਨਾ ਤੇ ਆਪਣੇ ਦਿਲ ਦਾ ਗੁਬਾਰ ਕੱਢਣਾ, ਉਹ ਸਾਹਮਣੇ ਲਾਈਵ ਕਾਲ ਕਰੇ। ਸਮਝ ਆਈ ਕਿ ਨਹੀਂ? ਲੋ ਜੀ, ਇਸ ਕਿਤਾਬ ਦਾ ਸਫਾ ਨੰਬਰ 262 ਤੇ 263। 262 ਹੈ ਵੇ, 263 ਹੈ। ਮਿਰਜ਼ਾ ਗੁਲਾਮ ਕਾਦੀਆਨੀ ਦਾ ਪੂਰਾ ਸ਼ਜਰਾ ਨਸਬ, ਇਹ ਕਿੱਥੋਂ ਟੁਰਿਆ, ਕਿੰਜ ਟੁਰਿਆ, ਇਹ 2 ਸਫਿਆਂ ਦੇ ਉੱਤੇ ਲਿਖਿਆ ਹੋਇਆ ਹੈ। ਮਿਰਜ਼ਾ ਗੁਲਾਮ ਕਾਦੀਆਨੀ ਅਸਲ ਦੇ ਵਿੱਚ ਇੱਕ ਚੂੜਾ ਫੈਮਿਲੀ ਦੇ ਨਾਲ ਤਾਲੁਕ ਰੱਖਦਾ ਸੀ। ਚੂੜਾ ਸੀ। ਚੂੜੇ ਤੁਸੀਂ ਪਹਿਲੇ ਸਮਝ ਲਓ ਕਿ ਚੂੜੇ ਹੁੰਦੇ ਕੌਣ ਨੇ, ਤੇ ਫਿਰ ਮੈਂ ਹਵਾਲਾ ਪੜ੍ਹ ਕੇ ਸੁਣਾਉਣਾ, ਫਿਰ ਤੁਹਾਨੂੰ ਗੱਲ ਸਹੀ ਸਮਝ ਆਏ। ਇੱਕ ਤੇ ਚੂੜੇ ਉਹ ਨੇ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਨੂੰ ਚੂੜਾ ਕਿਹਾ ਜਾਂਦਾ ਹੈ, ਯਾਨੀ ਕ੍ਰਿਸਚਨ ਜਾਂ ਈਸਾਈ ਲੋਕ ਜਾਂ ਜਿਹੜੇ ਹੁੰਦੇ ਨੇ, ਉਹਨਾਂ ਨੂੰ ਚੂੜਾ ਕਿਹਾ ਜਾਂਦਾ। ਲੇਕਿਨ ਇਹ ਅਸਲ ਦੇ ਵਿੱਚ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ 1800 ਸਮਝ ਲਓ ਕਿ 1870 ਤੋਂ ਪਹਿਲੇ ਇੱਕ ਪੂਰੀ ਸਮਝ ਲਓ ਕਾਸਟ ਸੀ, ਇੱਕ ਕਬੀਲਾ ਸੀ, ਠੀਕ ਹੈ, ਚੂੜਿਆਂ ਦਾ। ਇਹ ਜਿਹੜਾ ਕਬੀਲਾ ਸੀ, ਇਹ ਬਣਿਆ ਸੀ
ਲੇਕਿਨ ਉਹ ਇਸਲਾਮ ਤੋਂ ਥੋੜੇ ਜਿਹੇ ਮੁਤਾਸਰ ਹੋਏ ਤੇ ਉਹ ਪੂਰੇ ਮੁਸਲਮਾਨ ਤੇ ਨਾ ਹੋਏ, ਲੇਕਿਨ ਉਹਨਾਂ ਨੇ ਕੀ ਕੀਤਾ ਕਿ ਅੱਧਾ ਤਿੱਤਰ ਤੇ ਅੱਧਾ ਬਟੇਰ, ਅੱਧੇ ਹਿੰਦੂ ਤੇ ਅੱਧੇ ਮੁਸਲਮਾਨ। ਉਹਨਾਂ ਨੇ ਇੱਕ ਦਰਮਿਆਨ ਦੇ ਵਿੱਚੋਂ ਇੱਕ ਨਵੀਂ ਚੀਜ਼ ਕੱਢ ਲਈ ਸੀ, ਉਹਨੂੰ ਕਹਿੰਦੇ ਸਨ ਚੂੜਾ ਜਾਂ ਬਾਲਮੀਕੀ, ਉਹਨਾਂ ਨੂੰ ਕਹਿੰਦੇ ਸਨ ਬਾਲਮੀਕੀ। ਸਮਝ ਆਈ ਕਿ ਨਹੀਂ? ਨਦੀਮ ਸਾਹਿਬ ਵੀ ਮੌਜੂਦ ਨੇ? जी बिल्कुल मौजूद। ਉਹ ਜੋ ਹੈ ਨਦੀਮ ਸਾਹਿਬ ਦੀ अरे बराड़ ਇਬਰਾਰ ਤੇ ਹੈਂਡਲ ਕਰ ਰਹੇ ਹੋ, ਜੀ, ਬਿਲਕੁਲ ਹਵਾਲਾ ਵੀ ਸਾਡੇ ਨੋਟ ਕੋਲ ਕੀਤਾ ਜੇ ਕਿ ਨਹੀਂ? जी कर रहे हैं। ਕੀ ਨੋਟ ਕੀਤਾ ਜੇ? ਕਿਤਾਬ ਦਾ ਨਾਮ ਕੀ ਸੀ? इकातुल नबूवत। ਆਹ We are now approaching Barking. मैं ट्रेन दे ਅਸਲ ਦੇ ਵਿੱਚ ਇਹ ਵੇ ਸਾਡੀ ਕਮਜ਼ੋਰੀ, ਜਿਹੜੀ ਕਮਜ਼ੋਰੀ ਹੁੰਦੀ ਹੈ ਨਾ, ਉਹ ਬੰਦੇ ਨੂੰ ਕਮਜ਼ੋਰੀ ਆਪਣੀ ਜਿਹੜੀ ਐਕਸੈਪਟ ਕਰਨੀ ਚਾਹੀਦੀ ਹੈ। ਤਵੱਜੋ ਨਹੀਂ ਹੈ ਨਾ, ਤਵੱਜੋ ਨਹੀਂ। ਇਜਾਜ਼ ਭਾਈ ਮੌਜੂਦ ਨੇ? खिलाफत मनाजिर नबूवा। खिलाफत अला मिनहाजिन नबूवा। हाँ जी, खिलाफत बोलो, किताब का नाम बोलो। खिलाफत अला खिलाफत अला मिनहाजिन नबूवा, जीम दे थल्ले जेर है। खिलाफत अला मनहाजिल नबूवा। जिन नबूवा, ठीक। जिल्द केड़ी है? उस्ताद मुख्तरम मैं ड्यूटी ते जे जिल्द नहीं याद। दो। जिल्द केड़ी है? दो, जिल्द नंबर 2, सफा 262। 200 बोलो, बोलो एक बारी बोल दो, याद हो जाएगा। सफा 262। मैं उस्ताद मुख्तरम रिकॉर्डिंग लाई जे नाल। नहीं रिकॉर्डिंग नहीं, और रिकॉर्डिंग ते नहीं रहीदा हुंदा। रिकॉर्डिंग नहीं, कोई चीज रिकॉर्डिंग कोई चीज नहीं, याद करीदा हुंदा। सफा 200 बोलो बोलो, 2-3 वाली बोलो, याद हो सफा जाएगा। 262। 262 सफा 262। सफा 262 2-3 वाली जुबान नाल बोलोगे ना, कोई चीज याद हो जाएगी, कभी भुलेगी हुई। सफा 262 जिल्द 2 सफा 262। जिल्द 2 है ना ते ओ जिल्द 2 262। सफा 262। हवाला बड़ा कीमती है, ऐसा अपने जबानी याद करना है। नदीम साहब दे पीछे जनानी बोल दी है, और ट्रेन बोल दी जे पे उस्ताद मुख्तरम। आओ ये जनानी भी बोल दी है ना भाई। अस्सलाम वालेकुम। वालेकुम सलाम। उस्ताद जी किस चीज का हवाला दे रहे हो? मैं हुणी आया मैं। मिर्जा कादियानी कित्थों टुरिया, किंज टुरिया, और ਇਹਦਾ ਸ਼ਜਰਾ ਨਸਬ ਕੀ ਸੀ, ਇਬਤਦਾ ਕਿੰਜ ਹੋਈ, ਇਹ ਸਵਾਲ ਕੀਤਾ ਅਹਿਮਦ ਸਾਹਿਬ ਨੇ, ਉਹਦਾ ਜਵਾਬ ਦੇ ਰਹੇ। ਔਰ ਅਸੀਂ ਸਾਬਤ ਕਰਨ ਲੱਗੇ ਆ ਕਿ ਮਿਰਜ਼ਾ ਕਾਦੀਆਨੀ ਚੂੜਾ ਸੀ, ਚੂੜਾ ਫੈਮਿਲੀ ਨਾਲ ਤਾਲੁਕ ਰੱਖਦਾ ਸੀ। ਇਹਦੇ ਇਬਤਦਾਈ ਮੁਰੀਦ ਜਿਹੜੇ ਸਨ ਚੂੜੇ ਸਨ। ਇਹਦਾ ਹਵਾਲਾ ਦਿੱਤਾ ਹੈ ਖਿਲਾਫਤ ਅਲਾ ਮਿਨਹਾਜ ਨਬੂਵਾ, ਜਿਲਦ 2 ਸਫਾ 262। ਅਹਿਮਦ ਸਾਹਿਬ ਨੂੰ ਵੀ ਹੁਣ ਯਾਦ ਹੋ ਗਿਆ ਹੈਗਾ ਹਵਾਲਾ। ਹਾਂਜੀ ਹਾਂਜੀ, ਮੈਂ ਨੋਟ ਕਰ ਲਿਆ, ਮੈਂ ਲਿਖ ਰਿਹਾ ਸੀ ਮੋਬਾਈਲ 'ਚ। ਬਿਲਕੁਲ ਠੀਕ। ਅੱਜ ਦੀ ਨਸ਼ਿਸਤ ਦੇ ਵਿੱਚ ਮੈਂ ਇਹ ਹਵਾਲਾ 4 ਬੰਦਿਆਂ ਨੂੰ ਯਾਦ ਕਰਵਾਇਆ। ਇਜਾਜ਼ ਸਾਹਿਬ ਨੂੰ, ਨਦੀਮ ਭੱਟ ਸਾਹਿਬ ਨੂੰ, ਰਸਗੁੱਲੇ ਨੂੰ ਤੇ ਅਹਿਮਦ ਸਾਹਿਬ। 4 ਬੰਦਿਆਂ ਦੇ ਵਿੱਚੋਂ ਇੱਕ ਬੰਦੇ ਨੂੰ ਵੀ ਯਾਦ ਹੋ ਜਾਏ ਬੜਾ। 4 ਦੇ ਵਿੱਚੋਂ ਇੱਕ ਨੂੰ ਵੀ ਯਾਦ ਰਵੇ, ਬੇਬਾਇ ਮੁੱਕਦਾ ਨਹੀਂ। ਮੇਰਾ ਇਸ ਹਵਾਲਾ ਦੇਣ ਦਾ ਮਕਸਦ ਉਹ ਪੂਰਾ ਹੋ ਗਿਆ। ਔਰ ਇਹ ਹਵਾਲੇ ਨੇ ਫਿਰ ਅੱਗੇ ਕਿੱਥੇ ਤੱਕ ਪਹੁੰਚਣਾ ਹੈ, ਉਹ ਇੱਕ ਬੰਦਾ ਹੀ ਲੈ ਕੇ ਉਹਨੂੰ ਟੁਰ ਪੈਣਾ ਉਹਨੇ। लो जी, हिंदू और इस्लाम
ਬੁੱਤ ਪ੍ਰਸਤ ਔਰ ਇਸਲਾਮ ਦੇ ਦਰਮਿਆਨ ਚੋਂ ਇੱਕ ਚੀਜ਼ ਨੇ ਜਨਮ ਲਿਆ ਸੀ, ਉਹਨੂੰ ਕਹਿੰਦੇ ਸਨ ਚੂੜਾ। ਇਹਦੀ ਮੁਕੰਮਲ ਤਫਸੀਲਾਤ ਮੇਰੀ ਕਿਤਾਬ ਆ ਰਹੀ ਹੈ ਇਨਸ਼ਾਅੱਲਾ ਬਹੁਤ ਜਲਦ। ਉਹਦਾ ਨਾਂ ਹੀ ਰੱਖਿਆ ਹੈ ਚੂੜਾ, ਮਿਰਜ਼ਾ ਚੂੜਾ। ਉਹ ਪੂਰੀ ਤਫਸੀਲਾਤ, ਹਵਾਲੇ, ਦਲਾਇਲ, ਅਸਲ ਕਿਤਾਬਾਂ ਦੇ ਸਕੈਨ, ਹਰ ਚੀਜ਼ ਮੌਜੂਦ ਹੈ ਇਨਸ਼ਾਅੱਲਾ ਅਜ਼ਵਜਲ। ਹਜੇ ਮੇਰੀ ਕਿਤਾਬ ਛਪਣ ਵਾਸਤੇ ਗਈ ਹੈ ਕਾਦੀਆਨੀ ਤੌਹੀਦ। ਉਹ ਜਦੋਂ ਛਪ ਕੇ ਆਏਗੀ, ਉਹਨੂੰ ਹਜੇ ਕੋਈ 8-10 ਦਿਨ 15 ਦਿਨ ਲੱਗਣੇ ਨੇ। ਉਹ ਛਪ ਕੇ ਆਏਗੀ ਤੇ ਫਿਰ ਇੰਨੇ ਪ੍ਰੈਸ 'ਚ ਜਾਏਗੀ ਇਨਸ਼ਾਅੱਲਾ ਅਜ਼ਵਜਲ। ਅੱਲਾ ਹਾਮੀਓ ਨਾਸਰ ਹੋਏ। ਖੈਰ ਮੇਰੇ ਹੌਲੀ ਹੌਲੀ ਕੰਮ ਟੁਰਦਾ ਰਹੇਗਾ। ਹੁਣ ਤੁਹਾਨੂੰ ਲੱਗ ਗਿਆ ਸਮਝ ਕਿ ਚੂੜੇ ਕੌਣ ਸਨ। ਹੁਣ ਇਹ ਜ਼ਰਾ ਹਵਾਲਾ ਸੁਣ। लुधियाना के एक दोस्त नूर मोहम्मद नामी 9 मुस्लिम थे, यानी वो पहले चूड़ा सी ते बाद चों ਉਹ ਮਿਰਜ਼ੇ ਕਾਦੀਆਨੀ ਦੇ ਹੱਥ ਦੇ ਉੱਤੇ ਉਹਨੇ ਬੈਅਤ ਕੀਤੀ। ਇਹ ਮਿਰਜ਼ਾ ਕਾਦੀਆਨੀ ਦਾ ਸਭ ਤੋਂ ਪਹਿਲਾ ਮੁਰੀਦ ਸੀ, ਪਹਿਲਾ ਮੁਰੀਦ। ਇਹ ਵੀ ਯਾਦ ਰੱਖਿਆ ਜੇ, ਇੱਕ ਸਵਾਲ ਹੈ ਕਾਦੀਆਨੀ ਕੋਲ, ਤੁਸੀਂ ਸਵਾਲ ਕਰਨਾ ਹੈ ਕਿ ਮਿਰਜ਼ੇ ਕਾਦੀਆਨੀ ਦਾ ਸਭ ਤੋਂ ਪਹਿਲਾ ਮੁਰੀਦ ਕਿਹੜਾ ਸੀ ਜਿਹਨੇ ਉਹਦੇ ਹੱਥ ਤੇ ਬੈਅਤ ਕੀਤੀ ਸੀ। ਉਹ ਸੀ ਨੂਰ ਮੁਹੰਮਦ, ਔਰ ਇਹਦਾ ਅਸਲੀ ਨਾਮ ਸੀ ਗੁਲਾਮ ਬਾਲਮਿਕ। ਮਿਰਜ਼ੇ ਕਾਦੀਆਨੀ ਨੇ ਇਹਦਾ ਨਾਮ ਰੱਖਿਆ ਸੀ ਨੂਰ ਮੁਹੰਮਦ। ਸਮਝ ਆਈ ਕਿ ਨਹੀਂ? ਇਹ ਵੀ ਇੱਕ ਸਵਾਲ ਜ਼ੇਨ 'ਚ ਰੱਖਿਆ ਜੇ। ਇਹ 9 मुस्लिम थे और हजरत मसीह मूतर टट्टी मूतर लै शलवार के साथ बहुत मोहब्बत और इखलास रखते। उन्होंने मुस्लिम मऊद होने का दावा भी किया था। अच्छा, इत्थे भी हुण एक नुक्ता है। अहमद साहब तो जो है ना, हाँ जी हाँ जी सुन रहा मैं। मिर्जा गुलाम कादियानी रंडी बाज सी, जानी सी। ਕੀ ਸੀ? जानी। ਜਾਨੀ। ਉਹਨੇ ਚੂੜਿਆਂ ਦੀ ਇੱਕ ਔਰਤ ਦੇ ਨਾਲ ਜ਼ਨਾ ਕੀਤਾ। ਉਸ ਜ਼ਨਾ ਦੇ ਵਿੱਚੋਂ ਬੱਚਾ ਪੈਦਾ ਹੋਇਆ, ਉਹ ਸੀ ਇਹ ਨੂਰ ਮੁਹੰਮਦ। ਇਹ ਮਿਰਜ਼ੇ ਕਾਦੀਆਨੀ ਦੇ ਕੋਲ ਹੀ ਰਹਿੰਦਾ ਸੀ ਔਰ ਮਿਰਜ਼ੇ ਨੂੰ ਆਪਣਾ ਅੱਬੂ ਕਹਿੰਦਾ ਸੀ, ਅੱਬੂ ਜੀ, ਅੱਬੂ ਜੀ। ਔਰ ਸਾਰੇ ਕਾदियान वाले ਉਹਨੂੰ ਅੱਬੂ ਸਮਝਦਾ ਸਨ ਕਿ ਭਈਆ ਇਹਦਾ ਹਕੀਕੀ ਬੇਟਾ ਹੈ। ਇਹ ਇਹਦੀ ਜ਼ਨਾ ਦੀ ਪਹਿਲੀ ਔਲਾਦ ਹੈ, ਰਜਿਸਟਰਡ, ਯਾਨੀ ਜਿਹਦਾ ਸਬੂਤ ਸਾਡੇ ਕੋਲ ਮੌਜੂਦ ਹੈ। ਰਜਿਸਟਰਡ ਔਲਾਦ ਹੈ, ਹਰਾਮੀ ਔਲਾਦ। ਠੀਕ ਹੈ। ਮਿਰਜ਼ੇ ਕਾਦੀਆਨੀ ਨੇ ਕਿਹਾ ਸੀ ਕਿ ਮੇਰੀ ਔਲਾਦ ਦੇ ਵਿੱਚੋਂ, ਮੇਰੀ ਜ਼ੁਰੀਅਤ ਦੇ ਵਿੱਚੋਂ, ਮੇਰੀ ਆਲ ਔਲਾਦ ਚੋਂ। ਯਾਰ ਡਬਲ ਟੈਪ ਕਰੋ ਮੁੰਡਿਓ, ਕੀ ਕਰਦੇ ਹੋ ਪਏ ਯਾਰ? ਬਰਾੜ ਨਹੀਂ ਉੱਠਦੀ ਪਈ, ਕੀ ਚੱਕਰ ਏਡੇ ਢਿੱਲੇ ਬੈਠੇ ਹੋ? ਬੰਦ ਕਰ ਦਿਆ ਫਿਰ ਨਾ ਬਿਆਨ ਕਰਾਂ। ਜੇ ਮੈਨੂੰ ਇੱਥੇ ਬਿਠਾਣਾ ਜੇ ਤੇ ਬਰਾੜ ਟੈਪ ਕਰੋ, ਜ਼ਰਾ ਬਰਾੜ ਨੂੰ ਉਠਾਓ ਥੋੜਾ ਜਿਹਾ। ਬਰਾੜ ਉੱਠਣੀ ਚਾਹੀਦੀ ਹੈ ਥੋੜੀ ਜਿਹੀ। ਜਲਦੀ ਕਰੋ, ਡਬਲ ਟੈਪ ਕਰੋ, ਸਾਰੇ ਰੱਖ ਕੇ ਕਰੋ ਡਬਲ ਟੈਪ। एडा कीमती वाला तुहानूं देन लगे आ और समझाने पे इन्ने दलाइल इहदे विच ऐसे एक वाकई च बड़ियां चीज़ां मौजूद ने। लो जी, मिर्जा कादियानी दी हरामी औलाद सी ते मिर्जे कादियानी ने ऐलान कीता सी कि मेरी औलाद दे विचों एक मुस्लिम मऊद होएगा, वो मेरा बेटा होएगा, मुस्लिम मऊद होएगा। मुस्लिम मऊद ਇਹੋ ਹੀ ਮੁਸਲਿਮ ਮਊਦ ਕਾਦੀਆਨੀ ਬਸ਼ੀਰੁਦੀਨ ਮਹਮੂਦ ਨੂੰ ਕਹਿੰਦੇ ਨੇ। ਇਹ ਵੇਖੋ ਉਹਦੇ ਨਾਮ ਦੇ ਅੱਗੇ ਇਹ ਲਿਖਿਆ ਹੋਇਆ ਹੈ, ਮੁਸਲਿਮ ਮਊਦ। ਨਜ਼ਰ ਆ ਰਿਹਾ ਕੁਝ? ਆ ਰਿਹਾ। ਉਹ ਹੀ ਕਿਤਾਬ ਲਿਖ ਰਿਹਾ, ਯਾਨੀ ਕਾਦੀਆਨੀਆਂ ਦਾ ਜੈਲੀ ਮੁਸਲਿਮ ਮਊਦ। ਇਹ ਜੈਲੀ ਮੁਸਲਿਮ ਮਊਦ ਹੈ। ਇਹ ਜੈਲੀ ਮੁਸਲਿਮ ਮਊਦ ਖੁਦ ਲਿਖ ਰਿਹਾ ਹੈ ਕਿ ਨੂਰ ਮੁਹੰਮਦ ਆਪਣੇ ਆਪ ਨੂੰ ਮੁਸਲਿਮ ਮਊਦ ਕਹਿੰਦਾ ਸੀ ਤੇ ਪੂਰੇ ਕਾदियान ਵਾਲੇ ਉਹਨੂੰ ਕਹਿੰਦੇ ਹੁੰਦੇ ਸਨ ਇਹ ਵੀ ਉਹ ਮੁਸਲਿਮ ਮਊਦ।
ਜਿਹਦੇ ਬਾਰੇ ਮਿਰਜ਼ੇ ਕਾਦੀਆਨੀ ਨੇ ਕਿਹਾ ਕਿ ਮੇਰੀ ਔਲਾਦ ਦੇ ਵਿੱਚੋਂ ਇੱਕ ਮੁਸਲਿਮ ਮਊਦ ਹੋਏਗਾ। ਤੇ ਮਿਰਜ਼ੇ ਕਾਦੀਆਨੀ ਨੇ ਕਦੀ ਨਹੀਂ ਸੀ ਉਹਨੂੰ ਰੋਕਿਆ ਕਿ ਤੂੰ ਆਪਣੇ ਆਪ ਨੂੰ ਨਾ ਮੁਸਲਿਮ ਮਊਦ ਕਹਿ। ਇਹਨੂੰ ਨੋਟ ਕਰੋ ਜਰਾ, मिर्जे कादियानी ने कभी नहीं उन्होंने रोकिया कि तू मुस्लिम मऊदो नहीं है। अच्छा जी, उन्होंने मुस्लिम मऊद होने का दावा भी किया था। वो कहा करते थे कि बेटा जब बाप के पास जाए तो उसे कुछ ना कुछ नजर जरूर पेश करनी चाहिए। इसका मतलब ये था कि मैं मुस्लिम मऊद होने की वजह से हजरत मसीह टट्टी मूतर लै शलवार का बेटा हूं, और चूंकि वो अपने आप को खास बेटा समझते थे, खास बेटा समझते थे, और पूरा कादियान और कादियानी सारे इनू मिर्जे दा खालस बेटा समझते सन। यह भी एक तारीख दे विच चीज याद रखनी है। और मिर्जे कादियानी दा शजरा नसब मैं बयान कर रहा हूं। अहमद साहब को गल समझ आ रही है कि नहीं? हाँ जी आ रही यार। गल तफसील नाल, गल वाल दी खल लाई दी हुंदी है। गल कित्थों टुरी, किंज टुरी, होया की होया, की नहीं होया, गल फिर समझ आनी है, नहीं तो समझ नहीं आनी। अच्छा जी, डबल टैप करो या डबल टैप करो, डबल टैप करो। अच्छा जी, आपको खास बेटा समझते तो उन्होंने ये फैसला किया था कि कम से कम 1 लाख रुपया तो इन्हें जरूर पेश करना चाहिए। यानी ओ जड़ा सी ना मिर्जे कादियानी दा हरामी पुत्र नूर मोहम्मद, उन्हें कहा कि मैं अपने असली बाप यानी मिर्जे कादियानी नूं कुछ पैसा पेश करांगा। नोट 1 लाख रुपया। किन्ना? 1 लाख। 1 लाख रुपया तुसी वेखो कि जिस दौर दे विच एक आने दा एक सेर छोटा गोश्त हुंदा सी। अच्छा, इत्थे कैलकुलेटर मैं जरा आन करां। कैलकुलेटर, अच्छा, एक आने दा जड़ा सी किन्ना सी? 1 किलो। अजकल जड़ा पाकिस्तान दे विच 1 किलो गोश्त छोटा गालबन 2-2.5 हज़ार रुपए दा, 2000 रुपए दा कर लो यार। मैं इत्थे 2000 लिखन लगा, 2000। अच्छा, ते 1 रुपये दे विच हुंदे ने 16 आने। इनू मैं जरब देन लगा वां 16 दे नाल। हासले जरब आया है 32,000, यानी 1 रुपया उदू 32,000 रुपए दा सी। 1 रुपया 32,000 रुपए दा। इनू हुण मैं जरब देंगा 1 लाख दे नाल। जरब 1 लाख, 1 2 3, ठीक है। हासले जरब आया है जनाब काई दाई सैकड़ा हज़ार लख 10 लाख करोड़ 10 करोड़ ते अरब ते 10 अरब। लो जी, 32 अरब रुपया, 32 अरब रुपया। उन्हें क्या मैं 32 अरब रुपया मिर्जे कादियानी दी खिदमत पेश करांगा। ठीक हो गया। फिर उन्हें की कीता? 32 अरब रुपया इकट्ठा कीता। अगे सुनो जरा, 1 लाख रुपया तो इन्हें जरूर पेश करना चाहिए। कहते हैं कि अभी उन्होंने 40,000 रुपए ही जमा किए थे कि वो फोत हो गए। आ गया, उन्होंने बहुत से चूड़े मुसलमान किए और उनसे कहा करते थे कि कुछ रुपया जमा करो, फिर तुम्हें दादा पीर के पास मुलाकात के लिए ले चलूंगा। वो जड़ा चूड़ा सी ना,
ਨੂਰ ਮੁਹੰਮਦ, ਉਹਨੇ ਦੀਗਰ ਆਪਣੇ ਕਬੀਲੇ ਦੇ ਸਾਰੇ ਚੂੜਿਆਂ ਨੂੰ ਮੁਰੀਦ ਕੀਤਾ। ਮੁਰੀਦ ਕਰਕੇ ਤੇ ਉਹਨਾਂ ਸਾਰਿਆਂ ਨੂੰ ਕਹਿੰਦਾ ਹੁੰਦਾ ਸੀ ਕਿ ਤੁਸੀਂ ਜਿਵੇਂ ਮੈਂ 1 ਲੱਖ ਰੁਪਈਆ ਜਮ੍ਹਾਂ ਕਰਨਾ ਹੈ ਜਾਂ ਕਰਨ ਦਾ ਇਰਾਦਾ ਕੀਤਾ, ਇੰਜ ਤੁਸੀਂ ਵੀ ਨੋਟ ਜਮ੍ਹਾਂ ਕਰੋ, ਤੇ ਜਦੋਂ ਸਾਰੇ ਤੁਸੀਂ ਜਮ੍ਹਾਂ ਕਰ ਲੋਗੇ ਨਾ ਤੇ ਉਹ ਕਰੋੜਾਂ ਅਰਬਾਂ ਖਰਬਾਂ ਰੁਪਈਆ ਉਹ ਅਸੀਂ ਫਿਰ ਮਿਰਜ਼ੇ ਕਾਦੀਆਨੀ ਨੂੰ ਪੇਸ਼ ਕਰਾਂਗੇ। ਇਹ ਇੱਥੋਂ ਇਹ ਵੀ ਪਤਾ ਚੱਲਿਆ ਕਿ ਮਿਰਜ਼ੇ ਕਾਦੀਆਨੀ ਦੀ ਜਿਹੜੀ ਦੁਕਾਨ ਇਹਨੇ ਖੋਲੀ ਸੀ ਨਾ, ਸਭ ਤੋਂ ਪਹਿਲੀ ਦੁਕਾਨ ਉਹ ਨੋਟ ਤੇ ਹੀ ਖੁੱਲੀ ਸੀ, ਚੰਦੇ ਤੇ ਖੁੱਲੀ ਸੀ, ਚੰਦੇ ਤੇ। ਮੈਨੂੰ ਨੋਟ ਵਹਾ ਮੇਰਾ ਮੂਡ ਬਣਾ, ਸਮਝ ਆਈ ਕਿ ਕੋਈ ਗੱਲ ਸਮਝ ਆ ਰਹੀ ਹੈ ਕਿ? ਡਬਲ ਟੈਪ ਕਰੋ ਯਾਰ। ਯਾਰ ਨਦੀਮ ਸਾਹਿਬ ਤੁਹਾਡੀ ਬਰਾੜ ਬੜੀ ਢਿੱਲੀ ਹੈ ਯਾਰ, ਬੜੀ ਢਿੱਲੀ। ਇਹ ਆਈਡੀ ਤੋਂ ਮੈਂ ਘੱਟ ਲਾਣਾ, ਬਰਾੜ ਦੂਸਰੀ ਤੋਂ ਲਾਣਾ, ਉਹਦੀ ਬੈਟਰੀ ਕੋਈ ਨਹੀਂ। ਗੱਲ ਹੈ ਵੇ ਕਿ ਮੈਂ ਆਪਣੀ ਬਰਾੜ ਨਹੀਂ ਲਾਂਦਾ ਪਿਆ, ਆਨ ਨਹੀਂ ਕਰਦਾ ਪਿਆ, ਤੇ ਉਹਦੀ ਵਜ੍ਹਾ ਤੁਹਾਨੂੰ ਪਤਾ ਹੀ ਹੈ ਕਿ ਰਿਪੋਰਟਿੰਗ ਹੁੰਦੀ ਹੈ, ਤੇ ਮੈਂ ਫਿਰ 5-7 ਦਿਨ ਵਾਸਤੇ ਬੈਨ ਹੋ ਜਾਂਦਾ, ਤੇ ਮੈਂ ਨਾ ਕਿਸੇ ਦੀ ਕੋਈ ਬਰਾੜ ਤੇ ਬੰਦਾ ਜਾ ਕੇ ਪਵੇ। ਮੇਰੀ ਆਪਣੀ ਬਰਾੜ ਤੁਹਾਨੂੰ ਪਤਾ ਹੈ 200-200 300-300 ਤੱਕ ਜਾਂਦੀ ਹੈ। ਇਹੋ ਹੀ ਮੈਂ ਆਪਣੀ ਬਰਾੜ ਲਾਈ ਹੁੰਦੀ ਤੇ ਇੰਜ ਬਰਾੜ ਉੱਤੇ ਜਾਣੀ ਸੀ ਛੂ। ਹਾਂਜੀ ਹਾਂਜੀ ਸਰ ਜੀ ਮੈਂ ਇੱਕ ਸਵਾਲ ਸੀ, ਡਬਲ ਟੈਪ ਕਿਸ ਤਰ੍ਹਾਂ ਕਰੀਦਾ? ਮੈਨੂੰ ਨਹੀਂ ਪਤਾ ਹੈਗਾ, ਮੈਨੂੰ ਦੱਸਣਾ ਹੈ। ਸਭ ਕੁਝ ਹੁਣ ਸਿਖਾਣਾ ਪੈਣਾ। ਇਹ ਜਿਹੜੇ ਨੇ ਹੋਸਟ ਦੀ ਜਿਹੜੀ ਆਈਡੀ ਹੈ ਉਹਦੇ ਉੱਤੇ ਉਂਗਲੀ ਦੇ ਨਾਲ ਇੰਜ ਕਰਨਾ, ਤੇ ਉਹ ਇੱਕ ਦਿਲ ਜਿਹਾ ਨਿਕਲੇਗਾ, ਜਿਵੇਂ ਦਿਲ ਨਹੀਂ ਨਿਕਲ ਰਹੇ, ਉਹ ਉਂਗਲੀ ਨਾਲ ਇੰਜ ਕਰੋਗੇ ਨਾ ਤੇ ਉਹ ਦਿਲ ਜਿਹਾ ਨਿਕਲ, ਉਹਨੂੰ ਕਹਿੰਦੇ ਡਬਲ ਟੈਪ। ਬਰਾੜ ਵਾਕਈ ਨਹੀਂ ਉੱਠੀ ਹੈਗੀ, ਪਤਾ ਨਹੀਂ ਕੀ ਚੱਕਰ ਹੈ। ਬਰਾੜ ਨਹੀਂ ਉੱਠਦੀ ਪਈ, ਨਹੀਂ ਉੱਠੀ ਨਹੀਂ। ਇਹੋ ਚਾਰ ਬੰਦੇ ਜਿਹੜੇ ਆਪਣੇ ਹੀ ਬੈਠੇ ਆ ਮਜ਼ਾ ਕੋਈ ਨਹੀਂ ਜਾਂਦਾ ਵੈਸੇ। ਨਹੀਂ ਮਜ਼ਾ ਨਹੀਂ ਹੁੰਦਾ, ਮੈਂ ਵੇਖਣਾ ਪਿਆ ਕਿ ਬਰਾੜ ਕੋਈ ਨਹੀਂ ਉੱਠੀ, ਕਿਉਂਕਿ ਇਹ ਜਿੰਨੀਆਂ ਕੀਮਤੀ ਗੱਲਾਂ ਅਸੀਂ ਬਿਆਨ ਕਰ ਰਹੇ ਆ, ਇਸ ਕੀਮਤੀ ਵਾਸਤੇ ਬੰਦੇ ਵੀ ਉਨੇ ਹੀ ਚਾਹੀਦੇ, ਬੰਦੇ ਉਨੇ ਚਾਹੀਦੇ। ਇਹ ਤੇ ਨਹੀਂ ਕਿ ਅਸੀਂ ਇੱਕ ਅੱਧਾ ਬੰਦਾ ਬਿਠਾ ਕੇ ਤੇ ਬਸ ਮਗਜ਼ਮਾਰੀ ਕਰਦੇ ਰਹੀਏ। ਇੰਜ ਕਰੋ ਫਿਰ ਆਪਣੀ ਤੋਂ ਲਾ ਲਓ ਫਿਰ ਬਰਾੜ। ਇਹ ਆਪਣੀ ਬਰਾੜ ਨਹੀਂ ਨਾ ਲਾਣੀ। ਅੱਛਾ ਨਹੀਂ ਲਾਣੀ। ਮੈਂ ਜੇ ਹੁਣ ਦੱਸਿਆ ਤੇ ਹੈ ਵੇ ਕਿ ਮੈਨੂੰ ਪੈਂਦੀ ਹੈ ਰਿਪੋਰਟ, ਬੜੀ ਪੈਂਦੀ ਹੈ, ਤੇ ਉਹ ਮੈਂ ਬਲਾਕ ਹੋ ਜਾਂਦਾ, ਤੇ ਮੈਂ ਚਾਹੁੰਦਾ ਪਿਆ ਕਿ ਮੁੰਡਿਆਂ ਦੀਆਂ ਹੀ ਬਰਾਡਾਂ ਦੇ ਜਾ ਕੇ ਬਵਾਂ। ਸਹੀ ਹੈ। ਕਿਉਂਕਿ ਇੰਜ ਬਰਾੜ ਦੇ ਉੱਤੇ ਰਿਪੋਰਟ ਅਸਰ ਨਹੀਂ ਕਰਦੀ। ਜਾਰਾ ਭਾਈ ਕਹਿੰਦੇ ਨੇ ਪਏ ਕਿ ਸ਼ਾਹ ਜੀ ਜਾਰੀ ਰੱਖੇ, ਕੋਈ ਗੱਲ ਨਹੀਂ। ਇੱਕ ਬੰਦਾ ਵੀ ਅਗਰ ਤਲਬਗਾਰ ਹੈ ਵੇ, ਕੋਈ ਗੱਲ ਨਹੀਂ, ਐਸੇ ਇੱਕ ਬੰਦੇ ਵਾਸਤੇ ਅਸੀਂ ਜਾਰੀ ਰੱਖਾਂਗੇ। ਜਾਰਾ ਭਾਈ ਤੁਹਾਡੇ ਵਾਸਤੇ ਮੈਂ ਫਿਰ ਜਾਰੀ ਰੱਖਣ ਲੱਗਾ ਜੇ, ਸਮਝ ਆਈ कि नहीं? कोई गल। अच्छा जी अगे सुनो जी। बहुत से चूड़े मुसलमान किए और उनसे कहा करते थे कि कुछ रुपया जमा करो, फिर तुम्हें दादा पीर के पास मुलाकात के लिए ले चलूंगा। कुछ अरसा के बाद उन 9 मुसलमानों ने कहा कि पता नहीं कि आप कब जाएं, आप हमें इजाजत दें कि हम कादियान हो आए। उस पर उन्होंने उन 9 मुसलमानों को कादियान आने की इजाजत दे दी। वो कादियान आए और हजरत मसीह मूत्रलै शलवार जब सैर के लिए निकले तो वो बाहर खड़े हुए थे। गालबन वो 9 आदमी थे। इनमें से हर एक ने एक एक अशरफी पेश की। अशरफी सोने दी, सोने दी। अज सोना किन्ने किन्ने दा तोला वे भाई, कोई पता है? पाकिस्तान दे विच डॉलर 4.5 लाख दा तोला, 4.5 लाख दा तोला होना तकरीबन। 4.5 लाख ते ओ जिहड़ी अशरफी हुंदी सी ओ तकरीबन 10 तोले दी हुंदी सी। ओए होए होए 10 तोले 10 तोले किन्ने हो गए टोटल? एक तोला ते हो गया 4.5 लाख दा। 40 लाख 45 लाख 45 लाख हो गया। 45 लाख हो गया। 45 लाख ਨੂੰ 9 ਦੇ ਨਾਲ ਜ਼ਰਬ ਦਿਓ। 45 ਲੱਖ 45
45 ਨੂੰ 9 ਨਾਲ ਜਦੋਂ ਦਿੱਤਾ ਹੈ ਕਿ 4 ਕਰੋੜ 5 ਲੱਖ ਬਣਦਾ ਪਿਆ। 4 ਕਰੋੜ 5 ਲੱਖ ਉਹਨਾਂ ਨੇ ਮਿਰਜ਼ੇ ਕਾਦੀਆਨੀ ਨੂੰ ਪੇਸ਼ ਕਰਨਾ ਹੈ। समझ आई कि नहीं? अच्छा जी, नो इनमें से हर एक ने एक अशरफी पेश की कर देती, मिर्जे को टुर गई, क्योंकि इनके पीर ने कहा था कि तुम दादा पीर के पास जा रहे हो, तुम्हें इस शर्त पर जाने की इजाजत देता हूं कि तुम दादा पीर के सामने सोना पेश करना। सोना पेश, दादा पीर मतलब ਨੂਰ ਮੁਹੰਮਦ ਚੂੜਾ ਪੀਰ ਸੀ ਤੇ ਨੂਰ ਮੁਹੰਮਦ ਦਾ ਪੀਰੋ ਮੁਰਸ਼ਦ ਸੀ ਮਿਰਜ਼ਾ ਕਾਦੀਆਨੀ ਤੇ ਇਹਨਾਂ ਮੁਰੀਦਾਂ ਦਾ ਉਹ ਕੀ ਬਣਿਆ? ਦਾਦਾ ਪੀਰ। ਹੁਣ ਸਮਝ ਆਈ ਕਿ ਨਹੀਂ? ਚੂੜਿਆਂ ਦਾ ਦਾਦਾ ਪੀਰ, ਚੂੜਿਆਂ ਦਾ ਦਾਦਾ ਪੀਰ मिर्जा कादियानी। चुनाचे उन्होंने जिक्र किया कि हमारे पीर ने हमें इस शर्त पर आने की इजाजत दी है कि हम में से हर एक आदमी आपकी खिदमत में सोना पेश करे। इसके बाद हजरत मसीह मुतरला शलवार के साथ वो सैर को चले गए। जब सैर से वापस आए, चूंकि उनको हुक्का पीने की आदत थी, हुक्का पीते होंगे सन वो चूड़े, इसलिए वो हुक्का पीने के लिए मिर्जा इमामुद्दीन के पास चले गए। मिर्जा कादियानी दा चचाजाद भाई इमाम दीन, ਉਹ ਮਿਰਜ਼ੇ ਕਾਦੀਆਨੀ ਦੇ ਨਾਲ ਦੇ ਘਰ 'ਚ ਰਹਿੰਦਾ ਸੀ। ਅੱਜ ਵੀ ਤੁਸੀਂ ਵੇਖਿਆ ਹੋਏਗਾ ਚਾਚੇ ਤਾਇਆਂ ਦੇ ਨਾਲ ਨਾਲ ਘਰ ਹੁੰਦੇ ਨੇ। ਇੰਜ ਹੀ ਨਾਲ ਦਾ ਜਿਹੜਾ ਘਰ ਸੀ ਨਾ ਮਿਰਜ਼ੇ ਕਾਦੀਆਨੀ ਦਾ, ਉਹ ਸੀ ਉਹਦੇ ਚੱਚਾਜ਼ਾਦ ਭਰਾ ਦਾ, ਯਾਨੀ ਇਮਾਮ ਦੀ, ਉਹ ਉੱਥੇ ਰਹਿੰਦਾ ਸੀ। ਹੁਣ ਜਰਾ ਤਸਵੀਰ ਦਾ ਦੂਸਰਾ ਰੁਖ ਤੇ ਸਟੋਰੀ ਦਾ ਦੂਸਰਾ ਰੁਖ ਸਿਮਾਤ ਕਰੋ। समझिया जा जरा, इस कहानी समझनी है। अहमद साहब समझ रहे हो कि नहीं? जी 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 सुन रहा। बड़ी तवज्जो नाल कहानी तुसा पूरी हिफज करनी है। जो कोई सुना रहे हैं हिफज करनी है। ए एक वाकया ते एक कहानी ही अगर तुहानू समझ आ गई ना, तुसा धूणा पड़ देनियां ने कादियानियां। तुहानू मैं सही दसना, सिर्फ एक वाकया बड़ा है काफी। चूड़ियां दा जिहड़ा असली पीर सी ना, असली पीर ਉਹ ਸੀ ਇਮਾਮਦੀਨ। ਚੂੜਿਆਂ ਦਾ ਅਸਲੀ ਜਿਹੜਾ ਪੀਰ ਸੀ ਨਾ, ਉਹ ਕੌਣ ਸੀ? ਇਮਾਮਦੀਨ। ਇਹਦੀ ਪੂਰੀ ਤਫਸੀਰ ਹੈ, ਬੜੀ ਡਿਟੇਲ ਹੈ ਅਸਲ ਦੇ ਵਿੱਚ। ਇਹਦੇ ਚ ਬੜੇ ਦਲਾਇਲ ਨੇ, ਹਵਾਲੇ ਨੇ। ਮੈਂ ਤਾਂ ਤੁਹਾਨੂੰ ਖੁਲਾਸਾ ਬਿਆਨ ਕਰ ਰਿਹਾ। ਇਹ ਜੋ ਕੁਝ ਵੀ ਮੈਂ ਬਿਆਨ ਕਰ ਰਿਹਾ, ਮੈਂ ਆਪਣੀ ਕਿਤਾਬ ਦਾ ਇੱਕ ਖੁਲਾਸਾ ਬਿਆਨ ਕਰ ਰਿਹਾ। ਮਿਰਜ਼ਾ ਚੂੜਾ ਕਿਤਾਬ ਦਾ ਦਲਾਇਲ ਮੇਰੀ ਕਿਤਾਬ ਦੇ ਵਿੱਚ ਮੌਜੂਦ ਨੇ। हर चीज दलील नाल, अपने कोलों कोई नहीं। मैं दलील पहले जेब दे विच रख लेना वा ते गल फेर करना हुन्ना। बुहतान या इल्जाम लाना मेरी आदत नहीं। मैं अपने कोलों कोई गल नहीं करता। अज तक मेरा रिकॉर्ड मौजूद है अल्हम्दुलिल्लाह। मैं दलील नाल गल करना, मैं दलील वाला बंदा हूं। गाल मैं कदी कड्डी कोई नहीं। मैं एक आलिम आदमी हाँ, गालां मैनू जेब नहीं देंदियां। मैनू दलील जरूर जेब देंदी है कि मैं जिहड़ी गल करां दलील दे नाल करां। समझ आई? अच्छा जी, ओ इमामदीन जिहड़ा सी असल चूड़ियां दा पीरो मुर्शद सी। जदों इह हुक्का पीण वास्ते इमामदीन दे घर गए ने ना, उन्हें इन्हां सारे चूड़ियां नूं वेख के कहा, ਉਹ ਤੁਸੀਂ ਕਿੱਧਰ ਆ ਗਏ ਹੋ? ਤੁਸੀਂ ਕਿੱਧਰ ਆਏ ਹੋ? ਤੁਹਾਡਾ ਅਸਲ ਪੀਰੋ ਮੁਰਸ਼ਦ ਹੈ ਮੈਂ। ਸਮਝ ਆਈ ਕਿ ਨਹੀਂ? ਅਸਲ ਪੀਰੋ ਮੁਰਸ਼ਦ ਤੇ ਮੈਂ। ਉਹਨਾਂ ਨੇ ਕਿਹਾ ਜੀ ਮੈਂ ਤੁਹਾਡੇ, ਇਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਜਿਹੜੇ ਚੱਚਾਜ਼ਾਦ ਭਰਾ ਨੇ ਨਾ ਮਿਰਜ਼ਾ ਕਾਦੀਆਨੀ,
ਉਹਨਾਂ ਦੇ ਮੁਰੀਦ ਹੋਣ ਆਏ ਆ ਜਾਂ ਉਹਨਾਂ ਦੀ ਮੁਲਾਕਾਤ ਵਾਸਤੇ ਆਏ ਆ। ਇਹਨੂੰ ਜਦੋਂ ਪਤਾ ਚੱਲਿਆ ਨਾ ਕਿ ਚੂੜਿਆਂ ਦਾ ਪੀਰ ਤੇ ਮੈਂ ਵਾਂ ਤੇ ਇਹਨੇ ਵੀ ਦੁਕਾਨ ਖੋਲ ਲਈਏ, ਉਹਨੂੰ ਇਮਾਮ ਦੀ ਨੂੰ ਪਹਿਲੀ ਵਾਰ ਪਤਾ ਚੱਲਿਆ ਸੀ ਕਿ ਚੂੜਿਆਂ ਦਾ ਪੀਰ ਹੁਣ ਇਹ ਬੰਨਾ ਸ਼ੁਰੂ ਹੋ ਗਿਆ। ਉੱਥੋਂ ਮੁਖਾਲਫਤ ਸ਼ੁਰੂ ਹੋ ਗਈ ਇਮਾਮ ਦੀਨ ਦੀ ਤੇ ਮਿਰਜ਼ੇ ਕਾਦੀਆਨੀ ਦੀ, ਔਰ ਮੁਖਾਲਫਤ ਬੰਦੀ ਵੀ ਸੀ ਕਿ ਅਸਲ ਉਹਦੀ ਦੁਕਾਨ ਤੇ ਠੱਪ ਹੁੰਦੀ ਸੀ ਬਈ, ਅਸਲ ਚੂੜੀਆਂ ਦਾ ਪੀਰ ਤੇ ਸੀ ਇਮਾਮ ਦੀਨ, ਤੇ ਉਹਦੇ ਚੱਚਾ ਸਾਦ ਭਰਾ ਨੇ ਕਿਹਾ ਕਿ ਨਹੀਂ ਮੈਂ ਹੁਣ ਖੁਦ ਚੂੜੀਆਂ ਦਾ ਪੀਰ ਬਣਾਂਗਾ। अगली जड़ी गुफ्तगू ये सुनिया जाए लिखी, इमाम दीन के पास चले गए, वो हुक्का पीने के लिए बैठे ही थे कि मिर्जा इमाम दीन ने कहना शुरू किया, इंसान को काम वो करना चाहिए जिससे उसे कोई फायदा हो। ए मतलब इमाम दीन और दूजे चूड़ियां नूं दर्ज दे रहे कि इंसान को काम वो करना चाहिए जिससे उसे कोई फायदा हो। तुम जो इतनी दूर से पैदल सफर करके आए हो, क्योंकि उनके पीर का हुक्म था कि तुम चूंकि दादा पीर के पास जा रहे हो इसलिए पैदल जाना होगा। यानी नूर मोहम्मद ने इन्हों कहा कि भाई पैदल आया जे, ते बड़ी दूरों पैदल आए सन। बताओ तुम्हें यहां आने से क्या फायदा हुआ। यानी यह कौन पूछता पिया, इमाम दीन। वो आंदा पे तुसी ते चूड़े हो ते तुहाडा असल लीडर ते मैं वां, ते इत्थे इहदे कोल तुहानू की लभेगा, ना ही तो पीरो मुर्शद है ना ही ओ चूड़ियां दा कोई लीडर है, इत्थे आंदा तुहानू की फायदा होया। ए ओ इमाम दीन इन्हां चूड़ियां कोल सवाल कर रहे हैं। हुण चूड़े की जवाब दिंदे ने, सुनिया जे। ईमान इंसान को अकल भी दे देता है बल्कि अकल को तेज कर देता है। कुछ देर खामोश रहने के बाद उनमें से एक नौ मुस्लिम कहने लगा, हम पढ़े लिखे तो नहीं हैं और ना ही कोई इल्मी जवाब जानते हैं। असल बात यह है कि आपको भले मानस मुरीद मिले नहीं, इसलिए आप चूड़ों के पीर बन गए। दीगर चूड़े किन्हों कहते पे, इमाम दीन। आप कहते हैं कि हमें क्या मिला, आप मिर्जा साहब की मुखालफत करके मिर्जा से चूड़े बन गए और हम मिर्जा साहब को मान कर चूड़ों से मिर्जा हो गए, चूड़ों से मिर्जा हो गए। ते ए जेड़े चूड़ा फैमिली, ए जेड़ी मिर्जा फैमिली सी यानी मिर्जे कादियानी दी, वो कौन सा ना, चूड़े। वो चूड़ियों मिर्जा बने सन, चूड़ियों की बने सन, मिर्जा। हम चूड़ों से मिर्जा हो गए, लोग हमें मरजई मरजई कहते हैं। इथों यह भी पता चलिया कि मरजई जिहड़ा इन्हां कहा जाता है वो उत्थों ही शुरू होया सी, शुरू तो शुरू हो गया सी, लोग इन्हां मरजई कहते सन। अगे की लिखे है, ये कितना बड़ा फायदा है जो हमें हासिल हुआ। वो आंदे ने कि यह बड़ा वड्डा फायदा है जिहड़ा सानू हासिल होया है कि असीं चूड़ियों मिर्जा बन गए ते लोकी सानू मरजई मरजई कहंदे ने। अहमद भाई कोई गल समझ आई, ये वाकया खत्म हो गया, किताब कर दियो बंद। गल समझ आई है? हाँ जी समझ आई है, बिल्कुल आई है। थल्ले एक सन की नाम सी, जारा। जारा भाई गल समझ आई है? चले ते नहीं गए? और चलेगा ना मेरा ख्याल। अच्छा, वाकया पूरा सुनिया बगैर टुर गए ने। हाँ बैठे ने, बैठे हैं ना। दो बंदियां नू गल समझ आ गई है।
ਅਲਹਮਦੁਲਿਲਾ ਅਹਿਮਦ ਸਾਹਿਬ ਨੂੰ ਵੀ ਸਮਝ ਆ ਗਈ ਹੈ, ਜ਼ਾਰਾ ਭਾਈ ਨੂੰ ਵੀ ਸਮਝ ਆ ਗਈ ਹੈ, ਹਵਾਲਾ ਵੀ ਮੈਂ ਦੇ ਛੜੇ ਹੈ। शाह जी इधर आई है, ठीक सही है। लो जी मेरा मुल पै गया, बंदे भावें इत्थे 8 ही बैठे ने, कोई गल नहीं, कोई गल ही नहीं, समझ आ गई है। उम्मीद तो है ये कि सब नू समझ आई होएगी। ते कादियानियां नाल जेड़ी भी गल करो दलील दे नाल करनी है, दलील तो बगैर मूंह दे विचों गल कढनी नहीं है। गल ज़हन च रखियो, कदे भी जुगत दे तौर ते भी नहीं। एक हुंदा ना जुगत दे तौर ते कोई कहंदा है मिर्जा कादियानी जानी सी यार, मिर्जा कादियानी शराबी सी। भाई तू ते कह छड़िया, ते दलील की है तेरे कोल? जे ते दलील है जे ते फिर मिर्जे नू जानी कहो, नहीं ते कहना नहीं। जे ते दलील है जो जे शराब पीन दी ਤੁਸੀਂ ਸਾਬਤ ਕਰ ਸਕਦੇ ਹੋ ਤੇ ਫੇਰ ਕਹੋ ਕਿ ਮਿਰਜ਼ਾ ਸ਼ਰਾਬੀ ਹੈ, ਨਹੀਂ ਤੇ ਕਹਿਣਾ ਨਹੀਂ। ਜੇ ਤੇ ਤੁਸੀਂ ਕਹਿੰਦੇ ਹੋ ਕਿ ਮਿਰਜ਼ਾ ਕਾਦੀਆਨੀ ਉਹ ਦੂਜਾ ਕੰਮ ਕਰਵਾਉਂਦਾ ਹੁੰਦਾ ਸੀ, ਠਕਵਾਉਂਦਾ ਹੁੰਦਾ ਸੀ, ਤੇ ਜੇ ਤੇ ਦਲੀਲ ਹੈ ਜੇ ਤੇ ਫਿਰ ਇਹ ਗੱਲ ਕਹੋ, ਨਹੀਂ ਤੇ ਗੱਲ ਕਹਿ ਨਹੀਂ ਕੋ ਨਹੀਂ। ਸਾਡੇ ਮੁੰਡਿਆਂ ਦੇ ਵਿੱਚ ਇਹ ਅਸਲ 'ਚ ਪ੍ਰੋਬਲਮ ਪਾਈ ਜਾਂਦੀ ਏ। ਉਹਨਾਂ ਨੇ ਚੰਦ ਗੱਲਾਂ ਰਟੀਆਂ ਨੇ ਤੋਤਿਆਂ ਮੰਗਣਾ, ਮਿਰਜ਼ਾ ਜ਼ਾਨੀ ਸ਼ਰਾਬੀ, ਮਿਰਜ਼ਾ ਪੇਠੂ ਸੀ, ਪਿੱਠ ਮਰਵਾਉਂਦਾ ਸੀ ਇਹ, ਲੇਕਿਨ ਉਹਦੀ ਦਲੀਲ ਨਹੀਂ ਪਤਾ। ਤੇ ਜਿਹੜੀ ਗੱਲ ਵੀ ਕਰੋ ਦਲੀਲ ਦੇ ਨਾਲ ਕਰੋ। ਮੇਰੀ ਐਸੇ ਆਈਡੀ ਦੇ ਉੱਤੇ ਮੇਰੀ ਵੀਡੀਓਜ਼ ਵੇਖਿਆ ਕਰੋ, ਔਰ ਮੈਂ कोई सैकड़ों वीडियोज पईयां, मैनूं तादाद ते नहीं पता किन्नी को हो गई है मेरी वीडियो टिकटॉक दी। मेरियां 3-4 आईडियां ने, ते हर आईडी के उत्ते इन्नियां वीडियोज ने, ते दलाइल ही दलाइल, दलाइल ही दलाइल। मैं दलील तो इलावा कोई गल करदा ही नहीं, दलील पहले गल बाद च। ते कम अज कम उन्हां चीज़ां नूं तुसीं नोट कर लवो ਤੇ ਤੁਸੀਂ ਠੀਕ ਠਾਕ ਕਾਦੀਆਨੀ ਡਿਬੇਟਰ ਬਣ ਜਾਓ, ਠੀਕ ਠਾਕ। ਤੁਹਾਡੇ ਕੋਲ ਇੰਨਾ ਕੋਈ ਇਲਮ ਆ ਜਾਏ ਕਿ ਤੁਸੀਂ ਧੂਆਂ ਕਢਾ ਦਿਓ ਕਾਦੀਆਨੀ ਦੀ ਹਰ ਸੁਰਾਖ ਚ। ਸਮਝ ਆਈ ਕਿ ਨਹੀਂ? अच्छा सर जी, सुन रहे मेरी गल? ਹਾਂ ਸੁਣ ਰਹੀ। ਅੱਛਾ, ਅਗਰ ਇਹਨਾਂ ਦੇ ਇਹਦੇ ਮਿਰਜ਼ੇ ਦੇ ਬਾਰੇ ਦੇ ਵਿੱਚ ਮਜ਼ੀਦ ਜਿਸ ਤਰ੍ਹਾਂ ਹੁੰਦਾ ਹੈ ਕਿ ਇੱਕ ਸ਼ੁਰੂ ਤੋਂ ਲੈ ਕੇ ਜਿੱਥੋਂ ਪੈਦਾ ਹੋਇਆ ਹੈ ਐਂਡ ਤੱਕ ਇੱਕ ਪੂਰੀ ਡਿਟੇਲ ਦੇ ਨਾਲ ਇਹਦੀ ਹਿਸਟਰੀ ਕੱਢੀ ਜਾਏ ਬਕਾਇਦਾ ਇੱਕ, ਤੇ ਉਹ ਮੇਰੇ ਖਿਆਲ ਨਾਲ ਉਹ ਵੀ ਇੱਕ ਬੜੀ ਜ਼ਬਰਦਸਤ ਚੀਜ਼ ਹੋਏਗੀ। ਉਹ ਅਸੀਂ ਮੈਂ ਕਹਿੰਦਾ ਨਾ ਪਿਆ ਵੀਡੀਓਜ਼ ਵੇਖੋ, ਹਰ ਚੀਜ਼ ਬਿਆਨ ਕੀਤੀ ਹੈ। ਮੈਂ ਤੇ ਮਿਰਜ਼ੇ ਦੀ ਪਦਾਇਸ਼ ਤੋਂ ਲੈ ਕੇ ਨਾ ਤੇ ਉਹਦੀ ਵਫਾਤ ਤੱਕ ਇੱਕ ਇੱਕ ਲਮਹੇ ਦੇ ਉੱਤੇ ਵੀਡੀਓਜ਼ ਨੇ, ਮੇਰੀਆਂ ਕਿਤਾਬਾਂ। ਕਿਆ ਕੋਈ YouTube ਤੇ ਤੁਸੀਂ ਰੱਖਿਆ ਹੈ ਕਿ ਕਿਆ ਕਿੱਥੇ ਦੇਖ ਸਕਦੇ ਹਾਂ? YouTube ਤੇ ਵੀ, YouTube ਖਤਮੇ ਨਬੂਵਤ ਟਾਈਮਜ਼ ਮੇਰਾ ਚੈਨਲ ਹੈ, ਮੇਰੀ ਆਈਡੀ ਦੇ ਥੱਲੇ ਬਾਇਓ ਦੇ ਵਿੱਚ ਉਹਦਾ ਲਿੰਕ ਮੌਜੂਦ ਹੈ, ਵੇਖੋ ਜਾ ਕੇ। ਮੇਰੀ ਦੁਨੀਆ ਦੀ ਸਭ ਤੋਂ ਵੱਡੀ ਖਤਮੇ ਨਬੂਵਤ ਦੀ ਜਿਹੜੀ ਵੈਬਸਾਈਟ ਹੈ ਨਾ ਉਹ ਮੇਰੀ ਹੈ। अच्छा ठीक है, ਉੱਥੇ ਬਕਾਇਦਾ ਸਰਚ ਇੰਜਨ ਬਣਿਆ ਵੇ, ਸਰਚ ਉੱਥੇ ਕੋਈ ਵੀ ਤੁਹਾਨੂੰ ਚੀਜ਼ ਚਾਹੀਦੀ ਹੈ ਉੱਥੇ ਲਿਖੋ, ਇਹ ਚੁਟਕੀਆਂ 'ਚ ਕਈ ਚੀਜ਼ਾਂ ਤੁਹਾਡੇ ਸਾਹਮਣੇ ਆ ਜਾਣਗੀਆਂ। खतमेनबूवत.org ਮੇਰੀ ਵੈਬਸਾਈਟ ਹੈ, ਉਹਦਾ ਮੁੰਤਜ਼ਮ ਅੱਲਾ ਮੈਂ ਵਾਂ ਖਤਮੇ ਨਬੂਵਤ ਫੋਰਮ ਦਾ। ਠੀਕ ਹੋ ਗਿਆ। ਉਹ ਜਿਹੜਾ ਮੈਂ ਕਹਿੰਦਾ ਹੁੰਦਾ ਵਾ ਨਾ ਮੁੰਤਜ਼ਮ ਅੱਲਾ ਖਤਮੇ ਨਬੂਵਤ ਫੋਰਮ, ਉਹ ਫੋਰਮ ਅਸਲ 'ਚ ਇੱਕ ਵੈਬਸਾਈਟ ਹੈ। ਉਹਦਾ ਮੁੰਤਜ਼ਮ ਅੱਲਾ, ਉਹਦਾ ਸੁਪਰ ਮੋਡੀਰੇਟਰ ਮੈਂ ਵਾਂ। ਉਹ ਮੈਂ ਇਸ ਵਜ੍ਹਾ ਤੋਂ ਕਹਿਣਾ ਕਿ ਮੁੰਤਜ਼ਮ ਅੱਲਾ ਖਤਮੇ ਨਬੂਵਤ ਫੋਰਮ। ਗੱਲ ਸਮਝ ਆਈ ਹੈ ਕਿ ਨਹੀਂ? जी 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 ठीक है सर, मैं जरा जा रहा कोई घर दा समान वगैरह लैन बच्चे नाल। बिल्कुल बिल्कुल, वो भी लिया, फिर इंशाल्लाह मुलाकात होएगी। बिल्कुल बिल्कुल ठीक, जज़ाकल्लाह। फॉलो कर लो ना मैनू ते आंदे जांदे रिया करो। ठीक है इंशाल्लाह, जुड़े रहीदा हुंदा, व्यवस्था रहे शजर से उम्मीदे बहार रख, जुड़े रहीदा, नाल जुड़ के रहीदा हुंदा।
सही है। छोटे छोटे रसायल मैं लिख रहा वां, किताबां भी लिख रहा वां, ते साहिबान जिन्हां नूं अल्लाह ने हिम्मत ते तौफीक दित्ती है, ਉਹ ਸਾਨੂੰ चलो यह भी एक पैगाम भी सुन लो। मैनू क्या करो कि शाह जी एक ना इस मौजू ते एक किताब लिखो, मौजू मैं देना वा तुहानू, इस मौजू के उत्ते किताब लिखो ते दलाइल दिओ, लेकिन उस किताब का फिर जिन्ना खर्चा होएगा वो मैं अपने जिम्मे लेना। इंज दे बंदे सामने आने चाहिए। वल्ला मैं बड़ी मेरी ख्वाहिश है, बड़ी ख्वाहिश है, मैनू कौम खुद आके कवे, खुद लोकी खुद मैनू आके कहन कि शाह जी अज तक अल्लाह दी कसम कोई नहीं जे कोई लब्भा कि कोई जिन्हें यह क्या होवे कि इस मौजू ते लिखो, लेकिन ओदे जितने अखराजात होणगे मैं ओदी भी जिम्मेदारी लेना। अज तक ए पिछले दिन हबीब साहब ने सिर्फ ए ते कहा वे कि भाई इस मौजू ते किताब लिखो, वो मैं लिखन दा इरादा कर लिया, नीयत कर ली, लेकिन ए नहीं उन्होंने नाल कहा कि मैं ये अखराजात मैं अपने जिम्मे लेना। दोवें चीज़ां, एक तो अपनी ख्वाहिश का इजहार भी करना, दूसरे फिर वो अखराजात भी अपने जिम्मे लैने। ते इंज दे सानू चार हीरे लभ जान, आए हाय हाय हाय, किताबां दे किताबां दी ढेर ला दी अल्लाह दी कसम। मुहक्किक आदमियां सी, असीं ते तहकीक नाल गल करनी हुंदी है। ते मेरा ते जाती ज़ौक ते जज्बा वे, और बल्कि मैं दुआ भी बड़ी बारी कीती है कि मेरी पूरी जिंदगी अल्लाह सोहणिया किताबां लिखण दे विच, मिर्ज़े कादियानी दे रद्द करन दे विच गुजरन। मेरी कोई जिंदगी च कोई 200 400 500 1000 किताब होनी चाहिए। मिर्ज़े कादियानी दी एक एक चीज दे उत्ते मेरी एक किताब होनी चाहिए। अल्लाह करे सानू इंज दे चार जी लभ जान। बड़ा बड़ा अल्लाह पाक ने मेहरबानियां कीतियां ने, ते ओ मेहरबान जड़े ने ए कम कर सकदे हो, तुसी रल मिल के कम कर सकते हो, इंज दे करीदे हुंदे ने कम। ए पीर हजरात, बड़े बड़े पीर जिन्होंने अल्लाह ने बड़ा कुछ नवाजे है, वो यह काम बड़ा बेहतरीन कर सकते हैं, लेकिन करते ही कौन। रिपोर्ट आ गई है जी, रिपोर्ट आ गई है, अपील कोई गल की है, उन्हें एक्सेप्ट नहीं की। चलो फिर बंद करो, बंद करो, रब बंद कर देने लगे ने बराड़। कर दो बंद। इस प्रोग्राम में शरीक मेहमान और कॉल करने वालों की आरा, मौक़िफ़ और ख़यालात उनके अपने ज़ाती हैं और ज़रूरी नहीं कि वो हमारे चैनल और टीम के ख़यालात, आरा और मौक़िफ़ की अक्कासी करें। हम किसी दूसरे फ़र्द की आरा और मौक़िफ़ के ज़िम्मेदार नहीं।